everyone, welcome to the channel. ਸੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਬਾਇਓਲੋਜੀਕਲ ਕਲਾਸੀਫਿਕੇਸ਼ਨ ਬਾਰੇ ਪੜ੍ਹਿਆ ਸੀਗਾ। ਨੈਕਸਟ ਅੱਜ ਆਪਾਂ ਨੈਕਸਟ ਕਿੰਗਡਮ ਸਟਾਰਟ ਕਰਾਂਗੇ, ਜਿਹੜਾ ਪਹਿਲਾ ਕਿੰਗਡਮ ਹੈ ਕਿੰਗਡਮ ਮੋਨੇਰਾ। ਸੋ ਪਿਛਲਾ ਥੋੜ੍ਹਾ ਜਿਹਾ ਰਿਵਾਈਜ਼ ਕਰ ਲੈਂਦੇ ਹਾਂ ਇੱਕ ਵਾਰ। ਸੋ ਬਾਇਓਲੋਜੀਕਲ ਕਲਾਸੀਫਿਕੇਸ਼ਨ ਦੇ ਵਿੱਚ ਅਸੀਂ ਆਰਗੈਨਿਜ਼ਮਸ ਨੂੰ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਕਲਾਸੀਫਾਈ ਕਰਦੇ ਹਾਂ, ਉਹਨਾਂ ਦੀਆਂ ਸਿਮਿਲੈਰਿਟੀਜ਼ ਦੇ ਬੇਸ ਦੇ ਉੱਤੇ। ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਬਾਇਓਲੋਜੀਕਲ ਕਲਾਸੀਫਿਕੇਸ਼ਨ। ਸਭ ਤੋਂ ਪਹਿਲਾਂ ਆਪਾਂ ਪੜ੍ਹਿਆ ਸੀ ਕਿ ਐਰਿਸਟੋਟਲ ਨੇ ਟੂ ਕਿੰਗਡਮ ਸਿਸਟਮ ਦਿੱਤਾ ਸੀਗਾ। ਪਲਾਂਟਸ ਔਰ ਐਨੀਮਲਸ ਦੋ ਕੈਟਾਗਰੀਜ਼ ਬਣਾਈਆਂ ਸੀ ਉਹਨਾਂ ਨੇ, ਦੋ ਕਿੰਗਡਮ ਦੱਸੇ ਸੀ ਕਿ ਇੱਕ ਕਿੰਗਡਮ ਪਲਾਂਟੀ ਆ, ਇੱਕ ਕਿੰਗਡਮ ਐਨੀਮੇਲੀਆ ਆ। ਫਿਰ ਟੂ ਕਿੰਗਡਮ ਸਿਸਟਮ ਦੇ ਵਿੱਚ ਜਿਹੜਾ ਉਹਨਾਂ ਨੇ ਪਲਾਂਟ ਦੱਸਿਆ, ਪਲਾਂਟ ਨੂੰ ਉਹਨਾਂ ਨੇ ਤਿੰਨ ਕੈਟਾਗਰੀਜ਼ 'ਚ ਡਿਵਾਈਡ ਕੀਤਾ ਕਿ ਜਿਹੜੇ ਪਲਾਂਟਸ ਹੁੰਦੇ ਆ ਉਹਨਾਂ ਦੇ ਵਿੱਚ ਆਉਂਦੇ ਟਰੀਜ਼, ਹਰਬਸ ਔਰ ਸ਼ਰਬਸ ਆਉਂਦੇ ਆ। ਔਰ ਐਨੀਮਲਸ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਕਿ ਇੱਕ ਰੈੱਡ ਬਲੱਡਿਡ ਐਨੀਮਲ ਹੁੰਦੇ ਆ, ਇੱਕ ਡੋਂਟ ਹੈਵ ਰੈੱਡ ਬਲੱਡ ਐਨੀਮਲਸ, ਕਿ ਇੱਕ ਤਾਂ ਰੈੱਡ ਬਲੱਡਿਡ ਆ, ਇੱਕ ਜਿਹੜੇ ਰੈੱਡ ਬਲੱਡਿਡ ਐਨੀਮਲਸ ਨਹੀਂ ਹੈਗੇ। ਇਹ ਪਲਾਂਟਸ ਔਰ ਐਨੀਮਲਸ ਨੂੰ ਇਸ ਤਰੀਕੇ ਨਾਲ ਕਲਾਸੀਫਾਈ ਕੀਤਾ, ਬਟ ਇਹ ਸਾਰੇ ਆਰਗੈਨਿਜ਼ਮ ਬਾਰੇ ਤਾਂ ਡਿਟੇਲ 'ਚ ਦੱਸ ਨਹੀਂ ਪਾਇਆ, ਸੋ ਇਹ ਨਹੀਂ ਮੰਨਿਆ ਗਿਆ। ਟੂ ਕਿੰਗਡਮ ਸਿਸਟਮ ਕੈਰੋਲਸ ਲੀਨੀਅਸ ਨੇ ਦਿੱਤਾ। ਥ੍ਰੀ ਕਿੰਗਡਮ ਸਿਸਟਮ ਅਰਨਸਟ ਹੀਕਲ ਨੇ ਦਿੱਤਾ। ਪ੍ਰੋਟਿਸਟਾ ਐਡ ਕੀਤਾ, ਪਲਾਂਟੀ, ਐਨੀਮੇਲੀਆ ਔਰ ਪ੍ਰੋਟਿਸਟਾ ਕਿੰਗਡਮ। ਫੋਰ ਕਿੰਗਡਮ ਸਿਸਟਮ ਆਇਆ, ਇਹ ਵੀ ਪੂਰਾ ਸਕਸੈਸਫੁਲ ਨਹੀਂ ਹੋ ਪਾਇਆ। ਸੋ ਫੋਰ ਕਿੰਗਡਮ ਸਿਸਟਮ ਕੋਪਲੈਂਡ ਨੇ ਦੱਸਿਆ, ਮੋਨੇਰਾ ਨੂੰ ਐਡ ਕਰ ਦਿੱਤਾ। ਕਿਹੜੇ ਕਿੰਗਡਮ ਆ ਗਏ ਹੁਣ ਆਪਣੇ ਕੋਲ? ਮੋਨੇਰਾ, ਪ੍ਰੋਟਿਸਟਾ, ਪਲਾਂਟੀ ਔਰ ਐਨੀਮੇਲੀਆ। ਨੈਕਸਟ ਹੈ ਫਾਈਵ ਕਿੰਗਡਮ ਸਿਸਟਮ। ਫਾਈਵ ਕਿੰਗਡਮ ਸਿਸਟਮ ਦੱਸਿਆ ਸੀ RH ਵਿਟਕਰ ਨੇ 1969 ਦੇ ਵਿੱਚ। ਅਸੀਂ ਹੁਣ ਜਿਹੜਾ ਕਿੰਗਡਮ ਪੜ੍ਹਦੇ ਹੈਗੇ ਉਹ ਫਾਈਵ ਕਿੰਗਡਮ ਸਿਸਟਮ ਹੀ ਹੈਗਾ ਆ। ਇਹਦੇ ਵਿੱਚ ਫੰਜਾਈ ਨੂੰ ਐਡ ਕਰ ਦਿੱਤਾ ਗਿਆ। ਸੋ RH ਵਿਟਕਰ ਨੇ 1969 ਦੇ ਵਿੱਚ ਕਿੰਗਡਮ ਫੰਜਾਈ ਐਡ ਕਰ ਦਿੱਤਾ। ਆਪਣੇ ਤੋਂ ਕਿਹੜੇ ਕਿੰਗਡਮ ਬਣ ਗਏ? ਮੋਨੇਰਾ, ਪ੍ਰੋਟਿਸਟਾ, ਫੰਜਾਈ, ਪਲਾਂਟੀ ਔਰ ਐਨੀਮੇਲੀਆ। ਇਹਦੇ ਬੇਸ 'ਤੇ ਆਪਾਂ ਪਹਿਲਾਂ ਕਲਾਸੀਫਿਕੇਸ਼ਨ ਨੂੰ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਨੈਚੁਰਲੀ, ਆਰਟੀਫੀਸ਼ੀਅਲ, ਫਾਈਲੋਜੈਨੇਟਿਕ ਔਰ ਇਹ ਕਲਾਸੀਫਿਕੇਸ਼ਨਸ ਹੁੰਦੀਆਂ ਹੈਗੀਆਂ ਆ, ਜਿਹੜੀਆਂ ਕਿ ਟੈਕਸੋਨੋਮੀ ਦੇ ਬੇਸ 'ਤੇ ਹੈਗੀਆਂ ਆ, ਠੀਕ ਹੈ। ਬਟ ਹਲੇ ਵੀ ਕੁਛ ਇੱਦਾਂ ਦੇ ਆਰਗੈਨਿਜ਼ਮ ਸੀ ਜਿਹੜੇ ਕਿ ਫਾਈਵ ਕਿੰਗਡਮ ਸਿਸਟਮ 'ਚ ਆ ਨਹੀਂ ਪਾ ਰਹੇ ਸੀ। ਵੈਸੇ ਤਾਂ ਫਾਈਵ ਕਿੰਗਡਮ ਸਿਸਟਮ 'ਚ ਫੰਜਾਈ ਨੂੰ ਜਾਂ ਬਾਕੀ ਦੇ ਜਿਹੜੇ ਹੈਗੇ ਆ ਆਪਣੇ ਕਿੰਗਡਮ, ਇਹਨਾਂ ਨੂੰ ਐਡ ਕਰਨ ਕਿਸ ਬੇਸ 'ਤੇ ਕੀਤਾ ਗਿਆ? ਪਹਿਲਾਂ ਉਹਨਾਂ ਦਾ ਸੈੱਲ ਸਟਰਕਚਰ ਕਿੱਦਾਂ ਦਾ, ਦੂਸਰਾ ਉਹਨਾਂ ਦੀ ਬੋਡੀ ਆਰਗੇਨਾਈਜੇਸ਼ਨ ਕਿੱਦਾਂ ਦੀ ਹੈਗੀ, ਕਿਸ ਲੈਵਲ ਦੇ ਉੱਤੇ ਹੈਗੇ ਆ, ਟਿਸ਼ੂ ਲੈਵਲ ਆ, ਸੈੱਲ ਲੈਵਲ ਹੈਗੀ ਆ, ਜਾਂ ਔਰਗਨ ਲੈਵਲ ਹੈਗੀ ਆ, ਕਿਸ ਲੈਵਲ 'ਤੇ ਆ, ਰੀਪਰੋਡਕਸ਼ਨ ਕਿੱਦਾਂ ਹੁੰਦੀ ਆ, ਸੈਕਸ਼ੂਅਲ ਆ ਕਿ ਏਸੈਕਸ਼ੂਅਲ ਹੈਗੀ, ਫਾਈਲੋਜੈਨੇਟਿਕ ਰਿਲੇਸ਼ਨਸ਼ਿਪਸ ਕਿੱਦਾਂ ਦੇ, ਐਵੋਲਿਊਸ਼ਨਰੀ ਰਿਲੇਸ਼ਨਸ਼ਿਪਸ ਕਿੱਦਾਂ ਦੇ ਹੈਗੇ ਬਾਕੀ ਆਰਗੈਨਿਜ਼ਮਸ ਨਾਲ। ਸੋ ਇਸ ਤਰੀਕੇ ਨਾਲ ਫਾਈਵ ਕਿੰਗਡਮ ਕਲਾਸੀਫਿਕੇਸ਼ਨ ਬਣਾਈ ਗਈ ਸੀ। ਇਸ ਤੋਂ ਹੈ ਅੱਗੇ ਸਿਕਸ ਕਿੰਗਡਮ ਕਲਾਸੀਫਿਕੇਸ਼ਨ ਆਇਆ ਨੈਕਸਟ। ਮਤਲਬ ਹਰ ਇੱਕ ਆਰਗੈਨਿਜ਼ਮ ਬਾਰੇ ਡਿਟੇਲ 'ਚ ਪਤਾ ਕਰਨ ਦੇ ਲਈ ਸਿਕਸ ਕਿੰਗਡਮ ਸਿਸਟਮ ਬਣਾਇਆ ਗਿਆ। ਬਟ ਅਸੀਂ ਫਾਈਵ ਕਿੰਗਡਮ ਸਿਸਟਮ ਬਾਰੇ ਜ਼ਿਆਦਾਤਰ ਸਟੱਡੀ ਕਰਦੇ ਹਾਂ। ਸਿਕਸ ਕਿੰਗਡਮ ਸਿਸਟਮ ਥੋੜ੍ਹਾ ਜ਼ਿਆਦਾ ਡਿਟੇਲ ਦੇ ਵਿੱਚ ਆ ਜਾਂਦਾ ਹੈਗਾ। ਸੋ ਸਿਕਸ ਕਿੰਗਡਮ ਕਲਾਸੀਫਿਕੇਸ਼ਨ ਦੇ ਵਿੱਚ ਤਿੰਨ ਡੋਮੇਨ ਕਲਾਸੀਫਿਕੇਸ਼ਨ ਸੀ। ਇੱਕ ਸੀ ਡੋਮੇਨ ਆਰਕੀ, ਡੋਮੇਨ ਯੂਕੈਰੀਓਟ ਔਰ ਡੋਮੇਨ ਬੈਕਟੀਰੀਆ। ਅਸਲ ਦੇ ਵਿੱਚ ਇਹ ਰਿਲੇਟ ਕਰਦਾ ਸੀਗਾ ਐਲਗੀ ਦੇ ਨਾਲ। ਐਲਗੀ ਆਪਾਂ ਪੜ੍ਹਦੇ ਹਾਂ ਨਾ, ਐਲਗੀ, ਸੋ ਉਹਦੇ ਨਾਲ ਰਿਲੇਟਿਡ ਸੀਗਾ ਸਿਕਸ ਕਿੰਗਡਮ ਸਿਸਟਮ। ਉਹਦੇ ਵਿੱਚ ਤਿੰਨ ਡੋਮੇਨ ਰੱਖੇ ਗਏ ਸੀ, ਆਰਕੀ, ਬੈਕਟੀਰੀਆ ਔਰ ਯੂਕੈਰੀਓਟਸ। ਨੈਕਸਟ ਹੈ ਸਿਕਸ ਕਿੰਗਡਮ ਸਿਸਟਮ ਬਾਰੇ ਸਾਨੂੰ ਦੱਸਿਆ ਸੀ ਕਾਲ ਵੂਜ਼ ਨੇ। ਫਾਈਵ ਕਿੰਗਡਮ ਸਿਸਟਮ ਦੱਸਿਆ ਸੀ RH ਵਿਟਕਰ ਨੇ, ਟੂ ਕਿੰਗਡਮ ਸਿਸਟਮ ਦੱਸਿਆ ਸੀਗਾ ਕੈਰੋਲਸ ਲੀਨੀਅਸ ਨੇ, ਔਰ ਸਿਕਸ ਕਿੰਗਡਮ ਸਿਸਟਮ ਦੱਸਿਆ ਸਾਨੂੰ ਕਾਲ ਵੂਜ਼ ਨੇ। ਕਈ ਵਾਰ ਪੁੱਛ ਲੈਂਦੇ ਆ, ਸੋ ਇਹ ਯਾਦ ਹੋਣਾ ਚਾਹੀਦਾ ਹੈ। ਨੈਕਸਟ ਹੈ ਹੁਣ ਸਟਾਰਟ ਕਰਦੇ ਹਾਂ ਕਿੰਗਡਮ ਮੋਨੇਰਾ ਬਾਰੇ। ਕਿੰਗਡਮ ਮੋਨੇਰਾ ਜਿਹੜਾ ਹੈਗਾ ਇਹ ਮਤਲਬ ਜ਼ਿਆਦਾਤਰ ਪ੍ਰੋਕੈਰੀਓਟਸ ਨਾਲ ਰਿਲੇਟਿਡ ਸੀਗਾ। ਹੁਣ ਇਹਦੇ ਵਿੱਚ ਕਾਫੀ ਸਾਰੇ ਬੈਕਟੀਰੀਆ ਆ ਜਾਂਦੇ ਹੈਗੇ ਆ। ਜ਼ਿਆਦਾਤਰ ਤਾਂ ਅਸੀਂ ਬੈਕਟੀਰੀਆ ਦੀ ਗੱਲ ਕਰਦੇ ਹਾਂ ਜਿਹੜੇ ਕਿ ਪ੍ਰੋਕੈਰੀਓਟਸ ਹੁੰਦੇ ਆ। ਆਪਾਂ ਪਹਿਲਾਂ ਵੀ ਪੜ੍ਹਿਆ ਹੋਇਆ ਕਿ ਜਿਹੜੇ ਪ੍ਰੋਕੈਰੀਓਟਸ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਸੈੱਲ ਹੁੰਦਾ ਆ ਉਹਨਾਂ ਦੇ ਵਿੱਚ ਜੈਨੇਟਿਕ ਮਟੀਰੀਅਲ ਇੱਦਾਂ ਹੀ ਮੂਵ ਕਰ ਰਿਹਾ ਹੁੰਦਾ। ਮਤਲਬ ਕੋਈ ਟਰੂ ਉਹਨਾਂ ਦੇ ਵਿੱਚ ਨਿਊਕਲੀਅਸ ਜਾਂ ਨਿਊਕਲੀਅਰ ਮੈਮਬ੍ਰੇਨ ਹੁੰਦੀ ਨਹੀਂ ਹੈਗੀ ਜਿਹੜੀ ਕਿ ਜੈਨੇਟਿਕ ਮਟੀਰੀਅਲ ਨੂੰ ਪ੍ਰੋਟੈਕਟ ਕਰਕੇ ਰੱਖ ਸਕੇ। ਅਗਰ ਤਾਂ ਆਰਗੈਨਿਜ਼ਮ ਇੱਦਾਂ ਦਾ ਜਿਹਦੇ ਵਿੱਚ ਕਿ ਜਿਹੜੀ ਨਿਊਕਲੀਅਰ ਐਨਵਲਪ ਜਾਂ ਨਿਊਕਲੀਅਰ ਮੈਮਬ੍ਰੇਨ ਨਹੀਂ ਹੈ ਤਾਂ ਉਹਨਾਂ ਨੂੰ ਅਸੀਂ ਪ੍ਰੋਕੈਰੀਓਟਿਕ ਆਰਗੈਨਿਜ਼ਮ ਕਹਿੰਦੇ ਹੈਗੇ ਆ। ਅਗਰ ਇਹਨਾਂ ਦੇ ਵਿੱਚ
अगर ऑर्गेनिज्म के सैल के अंदर न्यूक्लियर मैमब्रेन प्रेजेंट है जिहदे जैनेटिक मैटीरियल बिल्कुल प्रोटैक्ट है, क्रोमोसोम्स डीएनए सब बिल्कुल प्रोटैक्ट है, तो यूकैरियोट्स होंदे आ। जबकि जिहड़ा मोनेरा किंगडम सी इहदे विच असीं प्रोकैरियोट्स की गल करदे हां। अगे एक चार्ट है उहदे विच आपां सारा डिटेल दे विच पढ़ांगे कि किहड़ा किंगडम किस मतलब नाल रिलेटिड सी। सो किंगडम मोनेरा जिहड़ा हैगा आ, मोनेरा ਦੇ ਵਿੱਚ ਯੂ ਬੈਕਟੀਰੀਆ ਔਰ ਆਰਕੀ ਬੈਕਟੀਰੀਆ ਦੀ ਅਸੀਂ ਗੱਲ ਕਰਦੇ ਹੈਗੇ। ਯੂ ਬੈਕਟੀਰੀਆ ਤਾਂ ਕਾਮਨਲੀ ਪਾਏ ਜਾਂਦੇ ਹੈਗੇ ਆ। ਹੁਣ ਜਿਹੜਾ ਕਿੰਗਡਮ ਮੋਨੇਰਾ ਆ, ਅਸੀਂ ਕਿਹਾ ਕਿ ਇਹਨਾਂ ਦੇ ਵਿੱਚ ਸਾਰੇ ਪ੍ਰੋਕੈਰੀਓਟਸ ਹੀ ਹੁੰਦੇ ਹੈਗੇ ਆ। ਕੁਛ ਤਾਂ ਫੋਟੋਸਿੰਥੈਟਿਕ ਹੁੰਦੇ ਆ, ਬਟ ਕੁਛ ਫੋਟੋਸਿੰਥੈਟਿਕ ਨਹੀਂ ਵੀ ਹੁੰਦੇ ਹੈਗੇ, ਮਤਲਬ ਦੂਸਰੇ 'ਤੇ ਆਪਣੇ ਫੁੱਲੀ ਡਿਪੈਂਡ ਕਰਦੇ ਆ। ਉਹ ਆਪਾਂ ਅੱਗੇ ਪੜ੍ਹਦੇ ਹੈਗੇ ਆ। ਸ਼ੇਪਸ ਕਿੱਦਾਂ ਦੀਆਂ ਹੁੰਦੀਆਂ, ਆਪਾਂ ਕਿਹਾ ਕਿ ਮੋਨੇਰਾ ਦੇ ਵਿੱਚ ਬੈਕਟੀਰੀਆ ਹੁੰਦੇ। ਸੋ ਬੈਕਟੀਰੀਆ ਦੀ ਸ਼ੇਪਸ ਕਿਹੜੀਆਂ ਕਿਹੜੀਆਂ ਹੈਗੀਆਂ ਆ। ਬੈਕਟੀਰੀਆ ਹੁੰਦੇ ਆ ਕੋਕਾਈ ਸ਼ੇਪ, ਬੈਸਿਲਾਈ, ਸਪਾਇਰੂਲਾਈ ਔਰ ਵਿਬਰੀਓ ਸ਼ੇਪ ਦੇ ਹੁੰਦੇ ਹੈਗੇ ਆ। ਹੁਣ ਕੋਕਾਈ ਜਿਹੜੇ ਕਿ ਰਾਊਂਡ ਸ਼ੇਪ ਦੇ ਮਤਲਬ ਸਪੈਰੀਕਲ ਸ਼ੇਪ ਦੇ ਹੈਗੇ, ਉਹਨਾਂ ਨੂੰ ਅਸੀਂ ਕੋਕਾਈ ਕਹਿੰਦੇ ਆ। ਬੈਸਿਲਾਈ ਜਿਹੜੇ ਬੈਸਿਲਸ ਸ਼ੇਪ ਦੇ ਹੁੰਦੇ ਹੈਗੇ ਆ। ਸਪਾਇਰੂਲਾ ਮਤਲਬ ਜਿਹੜੇ ਸਪਾਇਰਲ ਸ਼ੇਪ ਦੇ ਹੁੰਦੇ ਹੈਗੇ ਇਸ ਤਰੀਕੇ। ਵਿਬਰੀਓ ਜਿਹੜੇ ਕਿ ਹਲਕੇ ਜਿਹੇ ਕੋਮਾ ਸ਼ੇਪ ਦੇ ਵਿੱਚ ਨਜ਼ਰ ਆਉਂਦੇ ਆ, ਮਤਲਬ ਡ੍ਰੌਪਲੇਟਸ ਵਰਗੇ ਹੁੰਦੇ ਆ, ਪੂਰਾ ਕੋਮਾ ਨਹੀਂ ਹੁੰਦਾ। ਇਹਦੇ ਵਿੱਚ ਮੈਂ ਥੋੜ੍ਹਾ ਕੋਮਾ ਬਣਾ ਦਿੱਤਾ, ਬਟ ਅਸਲ 'ਚ ਬਿਲਕੁਲ ਕੋਮਾ ਦੀ ਸ਼ੇਪ ਨਹੀਂ ਹੁੰਦੀ ਹੈਗੀ, ਥੋੜ੍ਹਾ ਇਸ ਤਰੀਕੇ ਨਾਲ ਕਰਕੇ ਇਹ ਹੁੰਦਾ ਆ। ਸੋ ਇਹਨਾਂ ਦੀ ਸ਼ੇਪਸ ਨੈਕਸਟ ਪੇਜ 'ਤੇ ਦਿੱਤੀ ਹੋਈ ਆ, ਆਪਾਂ ਉੱਥੋਂ ਇੱਕ ਵਾਰ ਦੇਖ ਲੈਂਦੇ ਹੈਗੇ ਆ। ਇਹ ਆ ਸ਼ੇਪਸ ਆਫ ਬੈਕਟੀਰੀਆ। ਕੋਕਾਈ ਸ਼ੇਪ, ਬੈਸਿलाई ਸ਼ੇਪ, बाकी शेप च विब्रियो दसिया होया, स्पायरिला दसिया है, ठीक है। सो कोकाई दे विच हुंदे हैगे बैक्टीरिया राउंड शेप दे। अगर तां दो बैक्टीरिया इकट्ठे हैगे, मतलब दो कोकस शेप च बैक्टीरिया इकट्ठे, इन्हां नूं असीं डिप्लोकोकस कहंदे हां या डिप्लोकोकाई कह दिंदे हां। एग्जाम्पल है दी स्ट्रैप्टोकोकस निमोनियाई, जिहदे करके निमोनिया नाम की डिसीज़ हुंदी आ। अगर ये चेन स्ट्रक्चर बना लैंदे हैगे तां आपां इन्हां नूं कहंदे हैगे कि स्ट्रैप्टोकोकाई हैगे आ, स्ट्रेटेड फॉर्म च हैगे आ, एक चेन बनाई हुई है इन्होंने, ठीक है। ये पायोजेनस आ जाता है बैक्टीरिया। टैट्रड जिहदे विच 4 स्पैरिकल बैक्टीरिया इकट्ठे हुंदे हैगे, उहनूं असीं कह दिंदे टैट्रड। अगर तां 8 या 8 तो ज़्यादा बैक्टीरियाज इस तरीके ग्रुपिंग दे विच हैगे आ, तां उहनूं असीं बोलदे हां सार्किना बैक्टीरिया कह दिंदे आ। और अगर ये कोलोनीज दे विच हैगे, बहुत सारे इकट्ठे हैगे आ, तो इहनूं असीं स्टेफाइलोकोकाई बोलदे हां। डिप्लोकोकाई, स्ट्रेप्टोकोकाई, टैट्रड, सार्किना और स्टेफाइलोकोकाई, ये जिहड़े बैक्टीरिया ये कोकस कैटेगरी दे विच आंदे आ। नैक्सट है बैसिलाई, जिहड़े कि रॉड शेप दे हुंदे हैगे, एक रॉड वर्गा इन्हां दा स्ट्रक्चर हुंदा, असीं उहनूं कह दिंदे हैगे आ बैसिलाई। सो जिहड़े ये वाले बैक्टीरिया हैगे, इहदे विच चेन दी फॉर्म दे विच भी ये हो सकदे आ, ठीक है। चेन दी फॉर्म दे विच हैगे बैसिलस एंथ्रिकस। और अगर ये एक ही है, एक ही बैसिलाई प्रेजेंट है और ਉਹਦੇ आस-पास ਇਹਦਾ फ्लैजिला बनी हुई है ਉਹਦੀ मूवमेंट वास्ते, तो ਉਹਨੂੰ ਅਸੀਂ ਕੀ ਬੋਲਦੇ फ्लैजिलेटेड रॉड्स। फ्लैजिला ਦੇ ਨਾਲ ਇਹ प्रेजेंट है गया। ਇਹਦੀ एग्जाम्पल है साल्मोनेला टाइफी, ਜਿਹੜਾ टाइफाइड नाम की डिजीज़ कॉज करता। नैक्सट अगर ये स्पोर फॉर्म के विच हैगे आ, स्पोर्स बना सकते हैं, मतलब अपने जेनेटिक मैटीरियल नूं प्रोटैक्ट कर लेंदे एक कवरिंग दे विच, तां असीं उहनूं बोल दिंदे स्पोर। अगर ये स्पोर बना रहे हैं तो इहनूं असीं स्पोर फॉर्मर बोल दिंदे हां। एग्जाम्पल क्लोस्ट्रीडियम बोटुलिनम, ठीक है। ये भी डिसीज़ कॉजिंग बैक्टीरिया है। नैक्सट है अदर दे विच आ जांदा विब्रियो शेप दा जिहड़ा बैक्टीरिया हुंदा, असीं उहनूं कह दिंदे हां विब्रियो टाइप आई दी शेप हैगी आ। एग्जाम्पल है दी विब्रियो कॉलेरा डिसीज़ हुंदी आ। स्पायरला शेप दे विच, स्पायरल फॉर्म दे विच है इस तरीके दे नाल, उहदे विच भी फ्लैजिलाज अटैच हैगे आ इहदे नाल, तां उहनूं असीं की कह दिंदे हैगे आ स्पायरिला शेप दा बैक्टीरिया है इहदे विच। एग्जाम्पल आ हेलिकोबैक्टर पाइलोरी। नैक्सट है ये भी डिसीज़ कॉजिंग है। नैक्सट है स्पायरोकोइट्स बैक्टीरिया, ਜਿਹੜੇ कि बिल्कुल स्पायरल फॉर्म ही बना लेंदे हैगे आ और बहुत ज़्यादा मतलब ये फोल्डिंग फॉर्म दे विच हुंदे हैगे आ, ठीक है। ਇਹਦੀ एग्जाम्पल है ट्रिपैनोसोमा पैलेडियम, ये भी डिसीज़ कॉजिंग बैक्टीरिया है।
ਇੱਦਾਂ ਨਹੀਂ ਹੁੰਦਾ ਕਿ ਜ਼ਿਆਦਾਤਰ ਸਾਰੇ ਬੈਕਟੀਰੀਆ ਡਿਸੀਜ਼ ਕੌਜ਼ਿੰਗ ਨਹੀਂ ਹੁੰਦੇ, ਕੁਛ ਯੂਜ਼ਫੁਲ ਹੈਗੇ ਆ, ਕੁਛ ਹਾਰਮਫੁਲ ਹੈਗੇ ਆ ਬੈਕਟੀਰੀਆ, ਜਿੱਦਾਂ ਕਿ ਡਿਸੀਜ਼ ਕੌਜ਼ ਕਰਦੇ ਤਾਂ ਹਾਰਮਫੁਲ ਆ। ਬਟ ਹੁਣ ਅਗਰ ਕਰਡ ਬਣਾਉਣ ਦੇ ਵਿੱਚ ਜਿਹੜੇ ਬੈਕਟੀਰੀਆ ਹੈਲਪ ਕਰਦੇ ਆ, ਲੈਬ ਬੈਕਟੀਰੀਆ, ਉਹ ਸਾਡੇ ਲਈ ਯੂਜ਼ਫੁਲ ਹੈਗੇ, ਸਾਡੇ ਸਟਮਕ 'ਚ ਵੀ ਪ੍ਰੈਜ਼ੈਂਟ ਹੁੰਦੇ, ਉਹ ਵੀ ਯੂਜ਼ਫੁਲ ਹੈਗੇ ਆ। ਨੈਕਸਟ ਕੁਛ ਟੌਪਿਕਸ ਆਉਣਗੇ, ਉਹਨਾਂ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਕਿ ਕਿਸ ਤਰੀਕੇ ਨਾਲ ਇਹ ਹਿਊਮਨ ਵੈਲਫੇਅਰ ਦੇ ਵਿੱਚ ਆਪਣਾ ਰੋਲ ਪਲੇ ਕਰਦੇ ਬੈਕਟੀਰੀਆ। ਸੋ ਨੈਕਸਟ ਕਰਦੇ ਹਾਂ। ਹੁਣ ਹਰ ਇੱਕ ਆਰਗੇਨਿਜ਼ਮ ਜਿਹੜਾ ਉਹ ਰਿਸਪਾਇਰ ਕਰਦਾ ਹੈਗਾ ਆ। ਰਿਸਪੀਰੇਸ਼ਨ ਦੋ ਤਰ੍ਹਾਂ ਦੀ ਹੁੰਦੀ, ਇੱਕ ਹੁੰਦੀ ਐਨੇਰੋਬਿਕ ਰੈਸਪੀਰੇਸ਼ਨ, ਇੱਕ ਹੁੰਦੀ ਏਰੋਬਿਕ ਰੈਸਪੀਰੇਸ਼ਨ। ਐਨੇਰੋਬਿਕ ਦਾ ਮਤਲਬ ਜਿਹੜੀ ਆਕਸੀਜਨ ਤੋਂ ਬਿਨਾਂ ਰੈਸਪੀਰੇਸ਼ਨ ਹੋਏ ਉਹਨੂੰ ਅਸੀਂ ਐਨੇਰੋਬਿਕ ਰੈਸਪੀਰੇਸ਼ਨ ਬੋਲਦੇ ਹਾਂ। ਜਿਹੜੀ ਆਕਸੀਜਨ ਦੀ ਪ੍ਰੈਜ਼ੈਂਸ 'ਚ ਰੈਸਪੀਰੇਸ਼ਨ ਹੁੰਦੀ ਆ ਉਹਨੂੰ ਏਰੋਬਿਕ ਰੈਸਪੀਰੇਸ਼ਨ ਬੋਲਦੇ ਹਾਂ। ਹੁਣ ਜਿੱਦਾਂ ਹਿਊਮਨ ਬੀਂਗ ਆ, ਸਾਡੇ ਦੇ ਵਿੱਚ ਕੀ ਹੁੰਦਾ, ਆਕਸੀਜਨ ਯੂਜ਼ ਹੁੰਦੀ ਤਾਂ ਸਾਡੀ ਜਿਹੜਾ ਬੋਡੀ ਦਾ ਕਾਰਬੋਹਾਈਡਰੇਟ ਆ ਉਹ ਬ੍ਰੇਕ ਹੋ ਕੇ ਸਾਨੂੰ ਐਨਰਜੀ ਪ੍ਰੋਵਾਈਡ ਕਰਦਾ। ਸੋ ਐਨਰਜੀ ਪ੍ਰੋਡਕਸ਼ਨ ਦੇ ਲਈ ਰੈਸਪੀਰੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਆ। ਸੋ ਆਪਣੀ ਵਿੱਚ ਹੁੰਦੀ ਆ ਏਰੋਬਿਕ ਰੈਸਪੀਰੇਸ਼ਨ। ਕਈ ਬੈਕਟੀਰੀਆ ਇੱਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੀ ਆਕਸੀਜਨ ਦੀ ਐਬਸੈਂਸ ਦੇ ਵਿੱਚ ਹੀ ਪ੍ਰੋਸੈਸਿਸ ਚੱਲਦੀਆਂ, ਉਹ ਹੁੰਦੇ ਐਨੇਰੋਬਸ, ਔਰ ਉਹਨਾਂ ਦੇ ਵਿੱਚ ਐਨੇਰੋਬਿਕ ਰੈਸਪੀਰੇਸ਼ਨ ਚੱਲਦੀ ਹੈ। ਸੋ ਜਿਹੜੀ ਐਨੇਰੋਬਿਕ ਰੈਸਪੀਰੇਸ਼ਨ ਹੁੰਦੀ ਨਾ, ਇਹਦੇ ਦੋ ਟਾਈਪ ਹੁੰਦੇ ਆ। ਐਨੇਰੋਬਿਕ ਰੈਸਪੀਰੇਸ਼ਨ ਦੇ ਬੇਸ ਤੇ ਬੈਕਟੀਰੀਆ ਕਿਹੜੇ ਹੈਗੇ ਆ, ਓਬਲੀਗੇਟ ਐਨੇਰੋਬਸ ਔਰ ਫੈਕਲਟੇਟਿਵ ਐਨੇਰੋਬਸ। ਸੌਰੀ, ਇੱਥੇ ਐਨੇਰੋਬਸ ਆਉਣਾ ਸੀ, ਐਨੇਰੋਬਸ। ਫੈਕਲਟੇਟਿਵ ਓਬਲੀਗੇਟ ਦਾ ਮਤਲਬ ਕਿ ਜਿਹੜੇ ਕਿ ਆਕਸੀਜਨ ਤੋਂ ਬਿਨਾਂ ਹੀ ਰਹਿ ਕੇ ਖੁਸ਼ ਹੈਗੇ ਆ। ਹੁਣ ਅਗਰ ਉਹਨਾਂ ਨੂੰ ਆਕਸੀਜਨ ਮਿਲ ਜਾਏ ਨਾ ਕਿਤੇ, ਤੇ ਉਹਨਾਂ ਨੇ ਸਰਵਾਈਵ ਹੀ ਨਹੀਂ ਕਰ ਪਾਉਣਾ ਬੈਕਟੀਰੀਆ ਨੇ, ਉਹਨਾਂ ਨੂੰ ਅਸੀਂ ਕਹਿ ਦਿੰਦੇ ਓਬਲੀਗੇਟ ਐਨੇਰੋਬ, ਕਿ ਜਿਨ੍ਹਾਂ ਦੀ ਰਿਕੁਆਇਰਮੈਂਟ ਆ ਕਿ ਹਾਂ ਆਕਸੀਜਨ ਨਹੀਂ ਹੋਏਗੀ ਤਾਂ ਹੀ ਅਸੀਂ ਸਰਵਾਈਵ ਕਰਨਾ ਆ, ਉਹਦੇ ਓਬਲੀਗੇਟ ਐਨੇਰੋਬਸ। ਅਗਰ ਫੈਕਲਟੇਟਿਵ ਦੀ ਗੱਲ ਕਰੀਏ ਤਾਂ ਫੈਕਲਟੇਟਿਵ ਬੈਕਟੀਰੀਆ ਜਾਂ ਫੈਕਲਟੇਟਿਵ ਐਨੇਰੋਬਸ ਉਹ ਬੈਕਟੀਰੀਆ ਹੁੰਦੇ ਆ ਜਾਂ ਉਹ ਐਨੇਰੋਬਸ ਹੁੰਦੇ ਆ ਜਿਹੜੇ ਕਿ ਜੀਣਾ ਤਾਂ ਆਕਸੀਜਨ ਤੋਂ ਬਿਨਾਂ ਹੀ ਚਾਹੁੰਦੇ ਆ। ਬਟ ਅਗਰ ਕਿਤੇ ਉਹਨਾਂ ਨੂੰ ਆਕਸੀਜਨ ਮਿਲ ਵੀ ਜਾਏ ਨਾ, ਅਗਰ ਇੱਦਾਂ ਦਾ ਇਨਵਾਇਰਮੈਂਟ ਵੀ ਹੋਵੇ ਉਹਨਾਂ ਦੇ ਲਈ ਜਿਹਦੇ ਵਿੱਚ ਕਿ ਉਹਨਾਂ ਨੂੰ ਆਕਸੀਜਨ ਦੇ ਨਾਲ ਹੀ ਸਰਵਾਈਵ ਮਤਲਬ ਜੀਣਾ ਪਏ, ਤਾਂ ਉਹ ਜ਼ਰੂਰ ਸਰਵਾਈਵ ਕਰਦੇ ਆ। ਠੀਕ ਹੈ। ਸੋ ਯੂਜਲੀ ਥਰਾਈਵ ਵਿਦ ਆਕਸੀਜਨ ਬਟ ਕੈਨ ਸਰਵਾਈਵ ਵਿਦ ਆਕਸੀਜਨ ਆਲਸੋ, ਵਿਦਆਊਟ ਆਕਸੀਜਨ। ਮਤਲਬ ਰਹਿੰਦੇ ਤਾਂ ਆਕਸੀਜਨ ਤੋਂ ਬਿਨਾਂ ਹੀ ਹੈਗੇ ਆ, ਪਰ ਅਗਰ ਉਹਨਾਂ ਨੂੰ ਆਕਸੀਜਨ ਮਿਲ ਵੀ ਜਾਏ ਨਾ ਤਾਂ ਵੀ ਉਹ ਸਰਵਾਈਵ ਕਰ ਲੈਂਦੇ ਹੈਗੇ ਆ, ਮੈਨੇਜ ਕਰ ਲੈਂਦੇ ਹੈਗੇ ਉਸ ਕੰਡੀਸ਼ਨ ਦੇ ਵਿੱਚ। ਉਹਨੂੰ ਅਸੀਂ ਕਹਿੰਦੇ ਫੈਕਲਟੇਟਿਵ ਐਨੇਰੋਬਸ। ਉੱਦਾਂ ਹੀ ਅੱਗੇ ਹੈ ਏਰੋਬਿਕ ਬੈਕਟੀਰੀਆ। ਏਰੋਬਿਕ ਬੈਕਟੀਰੀਆ ਮਤਲਬ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਇਹ ਕੰਮ ਕਰਨਗੇ। ਹੁਣ ਓਬਲੀਗੇਟ ਏਰੋਬ, ਜਿੱਦਾਂ ਕਿ ਐਨੇਰੋਬਸ ਦੋ ਤਰ੍ਹਾਂ ਦੇ, ਓਬਲੀਗੇਟ ਔਰ ਫੈਕਲਟੇਟਿਵ ਨਾ, ਵੈਸੇ ਹੀ ਜਿਹੜੇ ਏਰੋਬਿਕ ਬੈਕਟੀਰੀਆ ਉਹ ਵੀ ਓਬਲੀਗੇਟ ਔਰ ਫੈਕਲਟੇਟਿਵ ਆ। ਓਬਲੀਗੇਟ ਕਿਹੜੇ ਹੈਗੇ ਆ, ਜਿਹੜੇ ਕਿ ਆਕਸੀਜਨ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ, ਉਹਨਾਂ ਨੂੰ ਆਕਸੀਜਨ ਚਾਹੀਦੀ ਹੀ ਹੈ। ਅਗਰ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ ਤਾਂ ਉਹਨਾਂ ਨੇ ਸਰਵਾਈਵ ਨਹੀਂ ਕਰ ਪਾਉਣਾ। ਜਿੱਦਾਂ ਆਪਾਂ ਨੂੰ ਆਕਸੀਜਨ ਲੰਬੇ ਟਾਈਮ ਤੱਕ ਨਾ ਮਿਲੇ ਤਾਂ ਆਪਾਂ ਸਰਵਾਈਵ ਨਹੀਂ ਕਰ ਪਾਵਾਂਗੇ। ਸੋ ਓਬਲੀਗੇਟ ਏਰੋਬਸ, ਇਹ ਅਸੀਂ ਬੈਕਟੀਰੀਆ ਦੀ ਗੱਲ ਕਰ ਰਹੇ ਹਾਂ ਮੇਨਲੀ ਤਾਂ। ਠੀਕ ਹੈ। ਸੋ ਉਹ ਬੈਕਟੀਰੀਆ ਜਿਹੜੇ ਕਿ ਆਕਸੀਜਨ ਦੇ ਨਾਲ ਹੀ ਸਰਵਾਈਵ ਕਰ ਸਕਦੇ, ਉਹ ਤੋਂ ਬਿਨਾਂ ਨਹੀਂ, ਉਹ ਹੁੰਦੇ ਓਬਲੀਗੇਟ ਏਰੋਬ। ਫੈਕਲਟੇਟਿਵ ਏਰੋਬ ਕਿਹੜੇ ਹੁੰਦੇ ਆ, ਸੌਰੀ ਇੱਥੇ ਥੋੜੀ ਮਿਸਟੇਕ ਹੋ ਗਈ ਹੈ, ਇੱਥੇ ਐਨੇਰੋਬ ਆਣਾ, ਇੱਥੇ ਏਰੋਬ ਆਣਾ ਆ। ਸੋ ਫੈਕਲਟੇਟਿਵ ਏਰੋਬ ਜਿਹੜੇ ਹੈਗੇ ਆ ਉਹ ਵੈਸੇ ਤਾਂ ਆਕਸੀਜਨ ਦੇ ਨਾਲ ਹੀ ਜੀਂਦੇ ਆ। ਜਿੱਦਾਂ ਸੇਮ ਇਹਨਾਂ ਨੂੰ ਆਕਸੀਜਨ ਨਹੀਂ ਚਾਹੀਦੀ ਹੁੰਦੀ ਪਰ ਮਿਲ ਗਈ ਤਾਂ ਸਰਵਾਈਵ ਤਾਂ ਵੀ ਕਰ ਲੈਣਾ। ਇਹਨਾਂ ਦੇ ਵਿੱਚ ਵੀ ਇੱਦਾਂ ਹੀ ਆ ਕਿ ਆਕਸੀਜਨ ਜਿਹੜੀ ਹੈਗੀ ਆ ਉਹਦੇ ਨਾਲ ਤਾਂ ਇਹ ਸਰਵਾਈਵ ਕਰਦੇ ਹੀ ਆ, ਬਟ ਅਗਰ ਥੋੜ੍ਹੇ ਟਾਈਮ ਲਈ ਇਹਨਾਂ ਦੀ ਆਕਸੀਜਨ ਕੱਟ ਹੋ ਜੇ, ਇਹਨਾਂ ਦੀ ਆਕਸੀਜਨ ਸਪਲਾਈ ਬੰਦ ਹੋ ਜੇ, ਤਾਂ ਵੀ ਇਹ ਜੀ ਸਕਦੇ ਹੈਗੇ ਆ। ਅਨਆਕਸੀਜਨਿਕ ਕੰਡੀਸ਼ਨ ਦੇ ਵਿੱਚ ਵੀ ਸਰਵਾਈਵ ਕਰ ਲੈਂਦੇ ਹੈਗੇ ਆ। ਇਹਨਾਂ ਨੂੰ ਬੋਲਦੇ ਆ ਫੈਕਲਟੇਟਿਵ ਏਰੋਬਸ। ਨੈਕਸਟ ਹੈ, ਹੁਣ ਆਪਾਂ ਨਿਊਟ੍ਰੀਸ਼ਨ ਦੇ ਬੇਸ ਤੇ ਦੇਖੀਏ, ਬੈਕਟੀਰੀਆ ਦੀ ਨਿਊਟ੍ਰੀਸ਼ਨ ਦੇ ਬੇਸ ਤੇ ਇਹਨਾਂ ਦੀ ਗੱਲ ਕਰੀਏ ਤਾਂ ਇਹ ਕਿਹੜੇ ਹੁੰਦੇ ਆ। ਹੁਣ ਆਪਾਂ ਨੂੰ ਪਤਾ ਨਿਊਟ੍ਰੀਸ਼ਨ ਮਤਲਬ ਫੂਡ ਜਿਹੜਾ ਇਹ ਲੈਂਦੇ ਹੈਗੇ ਆ, ਹੈ ਨਾ, ਜਿਹਦੇ ਤੋਂ ਇਹਨਾਂ ਨੂੰ ਐਨਰਜੀ ਮਿਲ ਸਕੇ, ਉਹਨੂੰ ਅਸੀਂ ਨਿਊਟ੍ਰੀਸ਼ਨ ਕਹਿੰਦੇ ਹੈਗੇ ਆ। ਸੋ ਨਿਊਟ੍ਰੀਸ਼ਨ ਦੋ ਤਰ੍ਹਾਂ ਦੀ ਹੈ, ਆਟੋਟ੍ਰੋਪਿਕ ਔਰ ਹੀਟੀਰੋਟ੍ਰੋਪਿਕ। ਠੀਕ ਹੈ। ਆਟੋਟ੍ਰੋਪਿਕ ਔਰ ਹੀਟੀਰੋਟ੍ਰੋਪਿਕ। ਆਟੋਟ੍ਰੋਪਿਕ ਦਾ ਮਤਲਬ ਕਿ ਇਹ ਆਪਣਾ ਫੂਡ ਖੁਦ ਹੀ ਬਣਾਉਂਦੇ ਆ। ਅਗਰ ਤਾਂ ਬੈਕਟੀਰੀਆ ਇੱਦਾਂ ਦੇ ਜਿਹੜਾ ਆਪਣਾ ਫੂਡ ਖੁਦ ਬਣਾ ਸਕਦੇ, ਉਹਨਾਂ ਨੂੰ ਅਸੀਂ ਏਰੋਬਿਕ ਬੈਕਟੀਰੀਆ ਕਹਿ ਦਿੰਦੇ ਹੈਗੇ ਆ, ਆਟੋਟ੍ਰੋਪ ਕਹਿ ਦਿੰਦੇ ਹੈਗੇ ਆ। ਅਗਰ ਨਹੀਂ ਬਣਾ ਸਕਦੇ ਤਾਂ ਉਹਨਾਂ ਨੂੰ ਕਿਤੋਂ ਤਾਂ ਫੂਡ ਲੈਣਾ ਹੀ ਪਏਗਾ, ਮਤਲਬ ਕਿਸੇ ਦੂਸਰੇ ਆਰਗੇਨਿਜ਼ਮ ਤੇ ਡਿਪੈਂਡ ਕਰਨਗੇ, ਉਹਨਾਂ ਨੂੰ ਅਸੀਂ ਬੋਲਾਂਗੇ ਹੀਟੀਰੋਟ੍ਰੋਪਿਕ ਬੈਕਟੀਰੀਆਜ਼। ਆਟੋਟ੍ਰੋਪਿਕ ਦੀ ਅੱਗੇ ਟਾਈਪਸ ਹੁੰਦੀਆਂ, ਕਿਹੜੀ ਹੈ, ਫੋਟੋਸਿੰਥੈਟਿਕ ਔਰ ਕੀਮੋਸਿੰਥੈਟਿਕ। ਹੁਣ ਇਹਦਾ ਮਤਲਬ ਕੀ ਹੈ, ਫੋਟੋਸਿੰਥੈਟਿਕ ਔਰ ਕੀਮੋਸਿੰਥੈਟਿਕ ਦਾ ਮਤਲਬ ਕੀ ਹੈ?
फोटो सिंथेटिक, फोटो रिलेटेड टू लाइट, अगर कोई ऑर्गेनिज्म लाइट की प्रैजेंस दे विच अपना फूड सिंथेसिस मतलब प्रिपेयर करना, ठीक है, अगर कोई ऑर्गेनिज्म फूड जिहड़ा हैगा अपना वो लाइट दी सनलाइट की प्रैजेंस प्रिपेयर करदा तो फोटोसिंथेटिक बैक्टीरिया आ, ठीक है। और कीमोसिंथेटिक बैक्टीरिया किहड़े होणगे, जिहड़े कि कैमिकल्स दी फॉर्म यूज़ करदे हैगे, कीमोसिंथेटिक। ਇਹਦੇ ਵਿੱਚ ਕੀ ਹੁੰਦੇ ਹੈਗੇ ਆ, ਜ਼ਿਆਦਾਤਰ ਬੈਕਟੀਰੀਆ ਨਾਈਟ੍ਰੋਜਨ ਨੂੰ ਲੈਂਦੇ ਹੈਗੇ ਆ, ਨਾਈਟ੍ਰੋਜਨ ਜਿਹੜੀ ਹੈਗੀ ਆ ਉਹਨੂੰ ਕਨਵਰਟ ਕਰਕੇ ਅਮੋਨੀਆ ਬਣਾ ਦਿੰਦੇ ਹੈਗੇ ਆ, ਠੀਕ ਹੈ, ਨਾਈਟ੍ਰੇਟ ਜਾਂ ਨਾਈਟਰਾਈਟ ਦੇ ਵਿੱਚ ਕਨਵਰਟ ਕਰਦੇ ਆ ਜਾਂ ਅਮੋਨੀਆ ਬਣਾ ਦਿੰਦੇ ਹੈਗੇ ਆ, ਔਰ ਇਹਨਾਂ ਨੂੰ ਹੀ ਪਲਾਂਟਸ ਅੱਗੇ ਯੂਜ਼ ਕਰਦੇ ਹੈਗੇ ਆ, ਜਾਂ ਔਰਗੈਨਿਜ਼ਮਸ ਮਤਲਬ ਬੈਕਟੀਰੀਆ ਯੂਜ਼ ਕਰਦੇ ਆ, ਸੌਰੀ ਆਪਾਂ ਤਾਂ ਬੈਕਟੀਰੀਆ ਦੀ ਗੱਲ ਕਰਦੇ ਹਾਂ, ਔਰ ਬੈਕਟੀਰੀਆ ਜਿਹੜੇ ਹੈਗੇ ਆ ਉਹ ਨਾਈਟ੍ਰੋਜਨ ਨੂੰ ਅਮੋਨੀਆ ਵਗੈਰਾ 'ਚ ਕਨਵਰਟ ਕਰਕੇ ਯੂਜ਼ ਕਰਦੇ, ਉਹਨਾਂ ਨੂੰ ਅਸੀਂ ਬੋਲਦੇ ਕੀਮੋਸਿੰਥੈਟਿਕ ਬੈਕਟੀਰੀਆ। ਸੋ ਇਹੀ ਉੱਥੇ ਲਿਖਿਆ ਹੋਇਆ ਆ। विद एग्जाम्पल कि फोटोसिंथेटिक जिहड़े हैगे आ वो मतलब अपनी फूड बनाते आ नाइट लाइट की प्रैजेंस, कीमोसिंथेटिक जिहड़े नाइट्रोजन नू फिक्स करते आ, अमोनीया नाइट्रेट या नाइट्राइट बनाते हैगे आ, नाइट्रोजन फिक्सिंग बैक्टीरिया जिन्ने हुंदे वो सारे कीमोसिंथेटिक हुंदे हैगे आ। फोटोसिंथेटिक दे विच दो टाइप हैगे आ। नैक्सट फोटोसिंथेटिक दे भी दो टाइप हैगे आ, किहड़े किहड़े आ गल करते हैं। एक होंदे आ एनऑक्सीजैनिक, वो फोटोसिंथेटिक बैक्टीरिया जिहड़े कि जो फोटोसिंथेसिस करते आ तां प्रोड्यूस की करते आ, वो ऑक्सीजन बनाते हैगे आ और रिलीज़ कर देंगे इन्वायरमेंट, उन्होंने असी एनऑक्सीजैनिक बैक्टीरिया बोल देंगे हैगे आ, ठीक है। और जिहड़े कि सॉरी एनऑक्सीजैनिक बैक्टीरिया वो होंदे आ जिहड़े कि ऑक्सीजन प्रोड्यूस नहीं कर पाते हैगे, सॉरी आप पहला भी पढ़ चुके हैं। एनऑक्सीजैनिक का मतलब एनऑक्सीजैनिक बैक्टीरिया वो आ जिहड़े कि ऑक्सीजन रिलीज़ नहीं करते। एनऑक्सीजैनिक बैक्टीरियाज do not produce oxygen या do not release oxygen एंड इन्वायरमेंट नहीं देंगे है ऑक्सीजन, एनऑक्सीजैनिक आ, ठीक है। दूसरे होंगे आ ऑक्सीजैनिक बैक्टीरिया। ऑक्सीजैनिक बैक्टीरिया वो बैक्टीरिया आ जिहड़े कि ऑक्सीजन नू रिलीज़ कर देंगे इन्वायरमेंट, वो ऑक्सीजैनिक बैक्टीरियाज होंदे हैगे आ। यही इत्थे दस्सिया होया है। हेटेरोट्रॉपिक न्यूट्रिशन की अगर आप गल करिए तो हेटेरोट्रॉपिक न्यूट्रिशन दे विच बैक्टीरिया जिहड़े होंदे हैगे आ ये ज़्यादातर पैरासाइटिक होंदे हैगे आ, मतलब वो बैक्टीरिया जिहड़े कि पैरासाइट की तरह किसी दूसरे मतलब ऑर्गेनिज्म के उत्ते होस्ट ऑर्गेनिज्म अपना लभदे हैगे आ, उहदी बॉडी के उपरों या अंदरों न्यूट्रिशन लैंदे हैगे आ, दूसरे नूं हार्म करके होस्ट नूं हार्म करके उह तो अपनी न्यूट्रिशन लैंदे रहिंदे, उन्हां नूं असीं हेटेरोट्रॉपिक बैक्टीरिया कह दिंदे हैगे आ। हुण इन्हां च कुछ अच्छे भी हैगे आ और कुछ बुरे भी हैगे, मतलब कुछ डिसीज़ कॉजिंग बैक्टीरिया भी है, कुछ गुड बैक्टीरिया भी हैगे आ। हुण जिद्दां कि गुड बैक्टीरिया की गल करिए तां इन्हां दे विच आ जाते हैगे आ अपने कोल जिहड़े कि कर्ड प्रोड्यूस करते हैगे आ, बायोगैस प्रोड्यूस करते हैगे आ, ठीक है, या इथेनॉल प्रोड्यूस करते हैगे आ, ये सब अच्छे बैक्टीरिया हैगे, यूजफुल बैक्टीरिया। हार्मफुल बैक्टीरिया जिहड़े डिसीज़ कॉजिंग बैक्टीरिया जिन्होंने असीं पैथोजेंस कह दिंदे आ, जिद्दां जिहड़े टाइफाइड कॉज करते, सालमोनीला टाइफी हो गया ना, निमोनिया कॉज करन वाले बैक्टीरिया सब जिहड़े हैगे आ जिहड़े डिसीज़ करदे या सानूं हार्म करदे उन्हां नूं असीं पैथोजेंस कह दिंदे आ। हेटेरोट्रॉपिक न्यूट्रिशन दे विच आंदे हैगे आ, पैरासाइटिक बैक्टीरिया इन्हां नूं किहा जांदा है। उस तो अगे है बैक्टीरियल सैल।
ਬੈਕਟੀਰੀਅਲ ਸੈੱਲ ਔਰ ਇਹਦੇ ਨਾਲ ਰਿਲੇਟਡ ਇਹ ਚਾਰਟ ਹੈ ਜਿਹਦੇ ਵਿੱਚ ਕਿ 5 ਦੇ 5 ਕਿੰਗਡਮ ਸਿਸਟਮ ਦੀ ਗੱਲ ਕੀਤੀ ਗਈ ਹੈ। ਸੋ ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੈੱਲ ਵਾਲ ਬਾਰੇ ਕਰਾਂਗੇ ਔਰ ਇਹ ਪੰਜੋ ਕਿੰਗਡਮ ਸਿਸਟਮ ਦੇ ਬਾਰੇ ਡਿਟੇਲ ਦੇ ਵਿੱਚ ਮਤਲਬ ਸਟੱਡੀ ਕਰਾਂਗੇ। ਸੋ ਕਰਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।